ਜਦੋਂ ਦੀ ਫੀਮੇਲ ਕਵਰਡ ਏਰੀਆ ਚਲੇ ਗਈਆਂ ਨੇ, ਠੀਕ ਹੈ ਨਾ, ਉਹ ਚੰਦਰਮਾ ਨਾਲ ਕਨੈਕਟਡ ਨੇ ਨਾ ਸੂਰਜ ਨਾਲ ਕਨੈਕਟਡ ਨੇ, ਇਹਨਾਂ ਦੀਆਂ ਸਮੱਸਿਆਵਾਂ ਹੋਰ ਤੇਜ਼ੀ ਨਾਲ ਵਧੀਆਂ ਨੇ। मेरे मम्मा मैंने कहते होंगे सी तू ना धीए ठीक होई कभी भी, तेनों किन्ना इलाज करा लिया तू नहीं ठीक होंदी। तो मैं उन्होंने कहना मेरे लिए कोई डॉक्टर नहीं जम्मिया। तो जिस दिन मैं विजिट किया लुधियाने सर को, तो सर के ओपोजिट बैठ के मैं उन्होंने एक गल कही सी, मैं क्या मेरे मम्मा कहते सी तेरा इन्ना इलाज हो गया, तेरे लिए कोई डॉक्टर नहीं है। मैं क्या जम्मिया नहीं कोई, बट अज मैं कहांगी कि मेरे लिए तुसीं पैदा होए हो। ਜਿਵੇਂ ਕਿ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਮੱਥੇ ਦੀ ਪੱਟੀ ਦਿੰਦੇ ਅਸੀਂ, ਜਿਨ੍ਹਾਂ ਦੀ ਆਈਸਾਈਟ ਵੀਕ ਹੈ, ਅੱਖਾਂ 'ਚੋਂ ਪਾਣੀ ਹੈ, ਗਰਮੀ ਦੇ ਵਿੱਚ ਅੱਖਾਂ 'ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਜਾਂ ਲਾਲੀ ਵੱਜ ਜਾਂਦੀ ਅੱਖਾਂ। ਅੱਜ ਕੱਲ ਫਲੂ ਵੀ ਬੜਾ ਚੱਲ ਰਿਹਾ ਜੀ ਬੱਚਿਆਂ ਦਾ, ਅੱਖਾਂ ਦੇ ਲਾਲ ਹੋਈਆਂ ਬੱਚਾ ਸਵੇਰੇ ਠੀਕ ਜਾਂਦਾ ਸਕੂਲ 'ਚੋਂ, ਤੇ ਸਕੂਲ 'ਚੋਂ ਆ ਕੇ ਪਤਾ ਲੱਗਦਾ ਕਿ ਬੱਚੇ ਦੀਆਂ ਅੱਖਾਂ ਲਾਲ ਹੋਈਆਂ ਪਈਆਂ ਨੇ, ਸਵੇਰੇ ਖੁੱਲਦੀਆਂ ਨਹੀਂ। ਬਿਲਕੁਲ ਉਹਦੇ ਲਈ ਤਾਂ ਸਭ ਤੋਂ ਦੀ ਬੈਸਟ ਟ੍ਰੀਟਮੈਂਟ ਹੈ ਮਿੱਟੀ ਦੀ ਪੱਟੀ। ਮੈਨੂੰ ਸੇਕ ਨਿਕਲਦਾ ਸੀ ਪੈਰਾਂ 'ਚੋਂ, ਕੜਲਾਂ ਪੈਂਦੀਆਂ ਸੀਗੀਆਂ, ਮਾਈਗ੍ਰੇਨ ਸੀਗੀ, ਸਾਹ ਦੀ ਸੀਗੀ, ਨਜ਼ਲੇ ਦੀ ਵੀ ਸੀਗੀ, ਅੱਖ 'ਚ ਵੀ ਪ੍ਰੋਬਲਮ ਸੀਗੀ, ਤੇ ਪੇਟ ਦਾ ਭਾਰੀਪਨ ਬਹੁਤ ਸੀਗਾ, ਗੈਸ ਬਣਦੀ ਸੀ। ਸਾਰੀਆਂ ਚੀਜ਼ਾਂ 1 ਮਹੀਨੇ ਦੇ ਵਿੱਚ ਕੰਪਲੀਟ ਹੋ ਗਈਆਂ। 1 ਮਹੀਨੇ ਦੇ ਵਿੱਚ ਠੀਕ ਹੋ ਗਈਆਂ? ਠੀਕ ਹੋ ਗਈਆਂ। ਸਹੀ ਪੋਸਚਰ ਹੈ ਖਾਣਾ ਖਾਣ ਦਾ। ਹੁਣ ਬੱਚਾ ਖਾਣਾ ਖਾ ਰਿਹਾ, ਤੁਹਾਨੂੰ ਇਹ ਪ੍ਰੈਕਟੀਕਲ ਦੱਸਦਾ, ਜਦੋਂ ਅਸੀਂ ਖਾਣਾ ਖਾਂਦੇ ਆ ਉਸ ਟਾਈਮ ਤੇ ਸਾਡਾ ਜਿਹੜਾ ਐਬਡੋਮੀਨਲ ਏਰੀਆ, ਪੇਟ ਦਾ ਏਰੀਆ ਹੈ, ਇੱਥੇ ਬਲੱਡ ਸਭ ਤੋਂ ਜ਼ਿਆਦਾ ਚਾਹੀਦਾ ਗੈਟਿੰਗ। ਤਾਂ ਹੁਣ ਨੀਚੇ ਚੌਂਕੜੀ ਮਾਰਨ ਤੋਂ ਬਾਅਦ ਲੋਅਰ ਬੋਡੀ ਦਾ ਬਲੱਡ ਲੌਕ ਹੋ ਜਾਂਦਾ ਹੈ, ਠੀਕ ਹੈ, ਉੱਪਰ ਪ੍ਰੋਪਰ ਬਲੱਡ ਯੂਜ਼ ਕਰ ਰਹੀ ਹੈ ਬੋਡੀ। ਹੁਣ ਜਦੋਂ ਬੱਚਾ ਖਾਣਾ ਖਾਏਗਾ ਈਜ਼ੀ ਡਾਈਜੈਸਟ ਹੋ ਜਾਏਗਾ। ਤੁਸੀਂ ਆਦਤ ਤਾਂ ਨਹੀਂ ਪਾਈ ਬੱਚੇ ਨੂੰ ਟੀਵੀ ਵਿਖਾਉਣ ਦੀ? ਬੱਚੇ ਦੇਖਦੇ ਨੇ ਟੀਵੀ। ਦੇਖਦੇ ਨੇ? ਤੇ ਫਿਰ ਅੱਜ ਕਿਵੇਂ ਲੱਗੇ ਹੋਏ ਨੇ? ਅੱਜ ਫਿਰ ਨਵਾਂ এনवायरमेंट ਮਿਲ ਗਿਆ ਨਾ, ਉਹ 'ਚ ਬਹਿ ਕੇ ਖੁਸ਼ ਹੈਗੇ। ਵਿੱਚ ਦਰਦ ਰਹਿੰਦਾ ਹੈਗਾ, ਵਾਲ ਝੜਦੇ ਹੈਗੇ ਆ, ਗੁੱਸਾ ਜ਼ਿਆਦਾ ਆ ਰਿਹਾ, ਭੁੱਲਣ ਦੀ ਬਿਮਾਰੀ ਤੁਹਾਨੂੰ ਹੋ ਗਈ ਹੈ, ਉਹਨਾਂ ਸਾਰੇ ਟ੍ਰੀਟਮੈਂਟ ਲਈ ਮਿੱਟੀ ਦੀ ਪੱਟੀ ਹੈ। ਡੇਲੀ 20 ਤੋਂ 25 ਮਿੰਟ ਲਵੋ ਸੌਣ ਤੋਂ ਪਹਿਲਾਂ, ਕੋਈ ਨੀਂਦ ਦੀ ਗੋਲੀ ਨਹੀਂ ਖਾਣੀ ਪੈਣੀ। 1.5 ਮਹੀਨੇ 'ਚ ਮੈਂ ਪੂਰੀ ਪ੍ਰੋਪਰ ਮੈਨੂੰ ਹਜਮ ਹੋਣ ਲੱਗ ਗਿਆ ਸਭ ਕੁਝ। ਥਾਇਰਾਇਡ ਮੇਰੀ ਨਿਲ ਹੋ ਗਈ ਬਿਲਕੁਲ ਜੀ। ਹਾਂਜੀ, ਇਹ ਰੱਖੀ ਹੋਈ ਹੈ ਜੀ, ਇਹ ਬੜੇ ਭਾਰੀ ਹੈ ਜੀ। ਇਹ ਤਾਂ ਮੈਨੂੰ ਤਾਂ ਲੱਗਦਾ ਸੀ ਬੜਾ ਹਲਕੀ ਜਿਹੀ ਚੀਜ਼ ਹੋਣੀ। ਇਹ ਮੈਗਨੇਟ ਥੈਰੇਪੀ ਹੈ। ਅੱਛਾ ਜੀ, ਮੈਗਨੇਟ ਥੈਰੇਪੀ ਹੈ। ਇਹਦੇ ਨਾਲ ਬਾਡੀ ਦੇ ਦੋਨੋਂ ਪਾਸੇ ਨੈਗੇਟਿਵ ਪੋਜ਼ਿਟਿਵ ਨੂੰ ਨਿਊਟਰਲ ਕਰਨ ਲਈ ਯੂਜ਼ ਕੀਤਾ ਹੈ। ਤੇ ਹੁਣ ਤੁਸੀਂ ਲੁਧਿਆਣੇ ਵਾਲਿਆਂ ਨੂੰ ਘੜੇ ਨਾਲ ਪਾਣੀ ਪਿਲਾਓਗੇ? ਸਾਡੇ ਤਾਂ ਆਰਓ ਲੱਗੇ ਹੋਏ ਹੈ। ਜੀ ਆਰਓ ਦੇਖੋ ਇੱਕ ਐਸਿਡਿਕ ਫਾਰਮ ਨੂੰ ਤਿਆਰ ਕਰਦਾ ਹੈ। ਉਸ ਐਸਿਡਿਕ ਫਾਰਮ ਨੂੰ ਵਾਪਸ ਅਗਰ ਅਸੀਂ ਨਿਊਟਰਲ ਕਰਕੇ ਐਲਕਲਾਈਨ ਕਰਨਾ ਹੈ, ਜਿਹੜਾ ਕਿ ਬਾਡੀ ਦੀ ਯੂਜ਼ਿੰਗ ਨਹੀਂ ਹੋਏ, ਤਾਂ ਸਾਨੂੰ ਵਾਪਸ ਘੜੇ ਵੱਲ ਆਉਣਾ ਹੀ ਪੈਣਾ ਹੈ। ਮਿੱਟੀ ਦਾ ਯੂਜ਼ ਕਿਵੇਂ ਕਰਨਾ ਜੀ? ਹੁਣ ਮਿੱਟੀ ਤਾਂ ਸਾਡੇ ਸਾਰੇ ਘਰਾਂ ਦੇ ਵਿੱਚ ਹੈਗੀ ਹੈ, ਯੂਜ਼ ਕਿਵੇਂ ਤੁਸੀਂ ਕਰਵਾਉਣੇ ਹੋ? ਤੇ ਤੁਸੀਂ ਕਹਿ ਰਹੇ ਹੋ ਕਿ ਵੱਡੇ ਵੱਡੇ ਆਪਰੇਸ਼ਨ ਹੈਗੇ ਜਿਹੜੇ ਮਿੱਟੀ ਨਾਲ ਤੁਸੀਂ ਬਚਾ ਲੈਂਦੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਦੀ ਦੁਨੀਆ ਦੇ ਵਿਗੜਦੇ ਸਰੀਰਕ ਹਾਲਾਤ, ਜਿਵੇਂ ਕਿ ਬੱਚੇ ਅਤੇ ਔਰਤਾਂ ਵਿੱਚ ਸ਼ੂਗਰ, ਪਿੱਤੇ ਅਤੇ ਗੁਰਦੇ 'ਚ ਪੱਥਰੀ, ਕਣਕ ਅਤੇ ਮਿੱਟੀ ਤੋਂ ਐਲਰਜੀ, ਬੱਚੇਦਾਨੀ 'ਚ ਰਸੌਲੀਆਂ, ਖੂਨ ਦੀ ਕਮੀ, ਥਾਇਰਾਇਡ, ਬੋਨ ਮੈਰੋ ਕੈਂਸਰ, ਡਿਪਰੈਸ਼ਨ, ਭੁੱਖ ਨਾ ਲੱਗਣਾ, ਬੀਪੀ ਤੇ ਟਾਈਫਾਇਡ, ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਡਾਕਟਰ ਭੁੱਲਰ ਹੋਰਾਂ ਨੇ ਵੰਡਣ ਵਾਸਤੇ ਅੱਜ ਨੈਚੁਰਲ ਸਾਇੰਸ ਦਾ ਜਿਹੜਾ ਇੱਕ ਬੂਟਾ ਹੈ, ਇਹ ਲੁਧਿਆਣਾ ਦੇ ਗੁਲਾਟੀ ਚੌਂਕ ਆਰੀਆ ਸਮਾਜ ਵਾਲੀ ਜਿਹੜੀ ਇਹ ਮੰਦਿਰ ਹੈ, ਉਹਦੀ ਗਲੀ ਹੈ, ਉੱਥੇ ਲਗਾਇਆ, ਜਿੱਥੋਂ ਨੇਚਰ ਨਾਲ ਜੁੜ ਕੇ ਕੁਦਰਤੀ ਢੰਗਾਂ ਨਾਲ ਜਿਹੜਾ ਇਲਾਜ ਟ੍ਰੀਟਮੈਂਟ ਹੈ ਇੱਥੇ ਕੀਤਾ ਜਾਏਗਾ। ਡਾਕਟਰ ਵਰਿੰਦਰ ਸਿੰਘ ਭੁੱਲਰ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਕਿਹੋ ਜਿਹੇ ਇਲਾਜ, ਕਿਸ ਤਰੀਕੇ ਨਾਲ ਟ੍ਰੀਟਮੈਂਟ ਜਿਹੜੇ ਇੱਥੇ ਹੁੰਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਤੁਸੀਂ ਨੈਚੁਰਲ ਸਾਇੰਸ ਦਾ ਜਿਹੜਾ ਬੂਟਾ ਹੈ ਲੁਧਿਆਣਾ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਪਰਮਾਨੈਂਟ ਲੱਗ ਗਿਆ। ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੁਬਾਰਕਾਂ। ਸਾਰੀ ਸੰਗਤ ਦੇ ਆਸ਼ੀਰਵਾਦ ਨਾਲ ਇਹ ਉਪਰਾਲਾ ਹੋਇਆ। ਆਲਰੇਡੀ ਪੁਰਾਣੀ ਲੋਕੇਸ਼ਨ ਵੀ ਸਭ ਨੂੰ ਪਤਾ ਹੈ, ਉਹ ਫਸਟ ਫਲੋਰ ਹੋਣ ਕਰਕੇ ਔਰ ਕੰਜਸਟਡ ਏਰੀਆ ਹੋਣ ਕਰਕੇ ਕਾਫੀ ਦਿੱਕਤਾਂ ਸੀ। ਬਜ਼ੁਰਗ ਔਰ ਜਿਹੜੇ ਜੁਆਇੰਟਸ ਨਾਲ ਰਿਲੇਟਡ ਜਿਹੜੇ ਸੀ, ਉਹਨਾਂ ਨੂੰ ਸਮੱਸਿਆ ਆਉਂਦੀਆਂ ਸੀ, ਤਾਂ ਉਹਨਾਂ ਦੇ ਬੈਟਰਮੈਂਟ ਵਾਸਤੇ ਔਰ ਈਜ਼ੀ ਅਪਰੋਚ ਵਾਸਤੇ ਗਰਾਊਂਡ ਫਲੋਰ ਨਾਲ ਸ਼ੁਰੂ ਕੀਤੀ ਹੈ। ਪਲੱਸ ਅਸੀਂ ਇੱਥੇ ਇੰਸਟੀਚਿਊਟ ਨੂੰ ਵੀ ਸ਼ੁਰੂ ਕਰ ਰਹੇ ਹਾਂ। ਆਲਰੇਡੀ ਜਿਹੜਾ ਪਹਿਲਾਂ ਮੋਗੇ ਚੱਲ ਰਿਹਾ ਸੀ, ਤਾਂ ਗਲੋਬਲ ਇੰਸਟੀਚਿਊਟ ਫॉर ਵੈਲਬੀਂਗ ਦੇ ਜਿਹੜੇ ਸਟੂਡੈਂਟ ਉਹ ਇੱਥੇ ਆਪਣੀ ਕਲਾਸਿਸ, ਇੱਥੇ ਆਪਣੇ ਕੋਰਸਿਸ ਨੂੰ ਵੀ ਕੰਟੀਨਿਊ ਕਰ ਸਕਣਗੇ। ਜੀ ਅੱਛਾ ਡਾਕਟਰ ਸਾਹਿਬ, ਤੁਸੀਂ ਬਾਹਰ ਸਲੋਗਨ ਆਪਣੀ ਕੰਧ ਦੇ ਉੱਤੇ ਇੱਕ ਲਾਇਆ ਹੈ ਕਿ ਅੱਜ ਕੱਲ੍ਹ ਜਿਹੜੇ ਹਾਲਾਤ ਨੇ ਔਰਤਾਂ ਤੇ ਬੱਚਿਆਂ ਦੇ ਕੀ ਹੋ ਰਹੇ ਨੇ, ਤੇ ਉਹਦੇ ਪਿੱਛੇ ਕੀ ਰੀਜ਼ਨ ਆ? ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਦੱਸੀਆਂ ਨੇ, ਔਰ ਲਾਸਟ ਦੇ ਵਿੱਚ ਤੁਸੀਂ ਲਾਇਆ ਕਿ ਆਪਣੇ ਡਾਕਟਰ ਆਪ ਬਣੋ। ਜੀ ਦੇਖੋ, ਮੇਨ ਬੇਸ ਹੈ ਨਾ,
ਜਦ ਤੱਕ ਸਾਨੂੰ ਬੇਸ ਨਹੀਂ ਸਮਝ ਆਏਗਾ ਅਸੀਂ ਬਿਮਾਰੀਆਂ ਦੇ ਚੱਕਰ ਵਿੱਚ ਫਸੇ ਰਵਾਂਗੇ। ਫੀਮੇਲ ਦੇ ਵਿੱਚ ਬਿਮਾਰੀਆਂ ਦੇ ਰੀਜ਼ਨ ਤਾਂ ਮਲਟੀਪਲ ਹੈ, ਲੇਕਿਨ ਮੈਂ ਇੱਕ ਮੇਜਰ ਰੀਜ਼ਨ ਦੱਸ ਦਿਆਂ ਕਿ ਜਦੋਂ ਦੀ ਫੀਮੇਲ ਕਵਰਡ ਏਰੀਆ 'ਚ ਚਲੇ ਗਈਆਂ ਨੇ, ਠੀਕ ਹੈ, ਨਾ ਉਹ ਚੰਦਰਮਾ ਨਾਲ ਕਨੈਕਟਡ ਨੇ ਨਾ ਸੂਰਜ ਨਾਲ ਕਨੈਕਟਡ ਨੇ, ਇਹਨਾਂ ਦੀਆਂ ਸਮੱਸਿਆਵਾਂ ਹੋਰ ਤੇਜ਼ੀ ਨਾਲ ਵਧੀਆਂ ਨੇ। ਗੈਟਿੰਗ ਤਾਂ ਉਹੀ ਚੀਜ਼ ਜਿਵੇਂ ਲੁਧਿਆਣਾ ਦੇ ਵਿੱਚ ਅਸੀਂ ਹੈਗੇ ਹਾਂ ਅਤੇ ਇੱਥੇ ਨੈਚੁਰਲ ਸਾਇੰਸ ਦੇ ਥਰੂ, ਨੇਚਰਪੈਥੀ ਦੇ ਥਰੂ ਅਸੀਂ ਮੱਡ ਦੀ ਥੈਰੇਪੀ ਵੀ ਦਿੰਦੇ ਹਾਂ, ਮਿੱਟੀ ਦਾ ਇਸ਼ਨਾਨ ਵੀ ਕਰਾਉਂਦੇ ਹਾਂ, ਮਿੱਟੀ ਦੇ ਨਾਲ ਟ੍ਰੀਟਮੈਂਟ ਵੀ ਦਿੰਦੇ ਹਾਂ, ਡਿਪਰੈਸ਼ਨ, ਐਂਜ਼ਾਈਟੀ, ਮਾਈਗ੍ਰੇਨ, ਇਸ ਤੋਂ ਮਿਰਗੀ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਸਾਰਿਆਂ ਨੂੰ ਅਸੀਂ ਮਿੱਟੀ ਦੇ ਟ੍ਰੀਟਮੈਂਟ ਨਾਲ ਵੀ ਠੀਕ ਕਰਦੇ ਹੈਗੇ ਹਾਂ। ਸੋ ਅਸੀਂ ਕੋਈ ਡਿਫਰੈਂਟ ਨਹੀਂ ਕਰ ਰਹੇ, ਅਸੀਂ ਉਹੀ ਚੀਜ਼ ਦੇ ਰਹੇ ਜਿੱਥੋਂ ਸਰੀਰ ਬਣਿਆ ਉਹਨੂੰ ਵਾਪਸ ਸਰੀਰ ਨੂੰ ਦੇ ਰਹੇ ਹੈਗੇ। ਹੀਲਿੰਗ ਬਾਡੀ ਖੁਦ ਕਰ ਰਹੀ ਸਭ ਦੀ। ਲੁਧਿਆਣੇ 'ਚ ਸਾਨੂੰ ਮਿੱਟੀ ਤਾਂ ਨਹੀਂ ਦਿਖਦੀ, ਪਰ ਧੂੜ ਜ਼ਰੂਰ ਦਿਖ ਜਾਂਦੀ ਹੈ ਉੱਡਦੀ, ਅਸਮਾਨੀ ਚੜੀ, ਪ੍ਰਦੂਸ਼ਣ ਬੜਾ ਦਿਖ ਜਾਂਦਾ ਹੈ। ਇਹ ਤਾਂ ਤੁਹਾਨੂੰ ਲੱਗਦਾ ਕਿ ਜ਼ਿਆਦਾ ਜ਼ਰੂਰਤ ਹੈ? ਬਹੁਤ ਜ਼ਿਆਦਾ ਜ਼ਰੂਰਤ ਹੈ। ਰੇਡੀਏਸ਼ਨ এনवायरमेंट ਲੁਧਿਆਣਾ 'ਚ ਜ਼ਿਆਦਾ, ਕਵਰਡ ਏਰੀਆ ਜ਼ਿਆਦਾ ਲੁਧਿਆਣਾ ਦੇ ਵਿੱਚ, ਕੰਕਰੀਟ ਦਾ ਜੰਗਲ ਵੱਡਾ ਹੈ ਲੁਧਿਆਣਾ 'ਚ, ਪੋਲਿਊਸ਼ਨ ਬਹੁਤ ਜ਼ਿਆਦਾ ਲੁਧਿਆਣਾ ਦੇ ਵਿੱਚ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਬਾਹਰ ਨਿਕਲਣੀ, ਹੀਲ ਕਰਨ ਵਾਸਤੇ ਜਿੱਥੇ ਅਸੀਂ ਆਪਣੀ ਫਰਸ਼ ਵੀ ਕੰਕਰੀਟ ਕਰ ਲਈ ਹੈ, ਛੱਤ ਵੀ ਕੰਕਰੀਟ ਕਰ ਲਈ ਹੈ, ਤਾਂ ਸਾਡੀ ਜਿਹੜੀ ਬਾਡੀ ਆ ਉਹ ਜ਼ਮੀਨ ਨਾਲੋਂ ਡੀਲਿੰਕ ਹੋ ਗਈ ਹੈ, ਜਿਹਦੇ ਨਾਲ ਸਾਡੇ ਜਿਹੜੇ ਸੈੱਲ ਦਾ ਜਿਹੜੀ ਬਾਇਓਇਲੈਕਟ੍ਰਿਕ ਹੈਲਥ ਹੈ ਉਹ ਵਿਗੜ ਗਈ ਹੈ। ਬਾਇਓਇਲੈਕਟ੍ਰਿਕ ਹੈਲਥ ਦਾ ਮਤਲਬ ਹੁੰਦਾ ਹੈ ਤੁਹਾਡੀ ਹਰ ਅੰਗ ਦੀ ਆਪਸ 'ਚ ਕਨੈਕਟੀਵਿਟੀ ਕਮਜ਼ੋਰ ਹੋ ਜਾਂਦੀ ਹੈ। ਬ੍ਰੇਨ ਸਿਗਨਲ ਦਿੰਦਾ ਅਤੇ ਅੰਗ ਸਾਡਾ ਐਕਸ਼ਨ ਕਰਦਾ, ਉਹ ਸਿਗਨਲ ਸਭ ਦੇ ਵੀਕ ਨੇ, ਤਾਂ ਉਹਨੂੰ ਬੈਟਰਮੈਂਟ ਕਰਨ ਵਾਸਤੇ ਵਾਪਸ ਫਿਰ ਉਸ ਮਿੱਟੀ ਨਾਲ, ਉਸ ਜ਼ਮੀਨ ਨਾਲ ਆਪਾਂ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਤੁਸੀਂ ਅੱਜ ਜਿਹੜਾ ਇੱਥੇ ਲੋਕਾਂ ਨੂੰ ਜਿਹਨਾਂ ਨੂੰ ਇਨਵਾਈਟ ਕੀਤਾ ਸੀ, ਤੁਸੀਂ ਅੱਜ ਰੋਟੀ ਇਸੇ ਤਰੀਕੇ ਨਾਲ ਬੈਠ ਕੇ ਖਵਾਈ ਹੈ। ਦੇਖੋ ਬੱਚੇ ਵੀ ਇੱਥੇ ਜਿਹੜੇ ਛੋਟੇ ਛੋਟੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਸੀ, ਲੇਕਿਨ ਸਾਡੇ ਤਾਂ ਰਿਵਾਜ਼ ਅੱਜ ਕੱਲ੍ਹ ਡਾਈਨਿੰਗ ਟੇਬਲ ਦਾ ਹੈ ਜੀ। ਨਹੀਂ ਦੇਖੋ, ਨੈਚੁਰਲ ਸਾਇੰਸ ਦਾ ਸੈਂਟਰ ਹੈ ਅਤੇ ਇੱਥੇ ਜਿਹੜੀ ਪਰੰਪਰਾ ਜਿਹੜੀ ਹੈਗੀ ਆ ਉਹ ਵੀ ਨੈਚੁਰਲ ਸਾਇੰਸ ਦੀ ਯੂਜ਼ ਕੀਤੀ ਜਾਏਗੀ। ਐਕਚੁਅਲ 'ਚ ਇਹ ਇੱਕ ਸਹੀ ਪੋਸਚਰ ਹੈ ਖਾਣਾ ਖਾਣ ਦਾ। ਹੁਣ ਬੱਚਾ ਖਾਣਾ ਖਾ ਰਿਹਾ, ਤੁਹਾਨੂੰ ਇੱਥੇ ਪ੍ਰੈਕਟੀਕਲ ਦੱਸਦਾ। ਹੁਣ ਜਦੋਂ ਅਸੀਂ ਖਾਣਾ ਖਾਂਦੇ ਹਾਂ ਉਸ ਟਾਈਮ 'ਤੇ ਸਾਡਾ ਜਿਹੜਾ ਐਬਡੋਮੀਨਲ ਏਰੀਆ, ਪੇਟ ਦਾ ਏਰੀਆ ਹੈ, ਇੱਥੇ ਬਲੱਡ ਸਭ ਤੋਂ ਜ਼ਿਆਦਾ ਚਾਹੀਦਾ। ਗੈਟਿੰਗ ਤਾਂ ਹੁਣ ਨੀਚੇ ਚੌਂਕੜੀ ਮਾਰਨ ਤੋਂ ਬਾਅਦ ਲੋਅਰ ਬਾਡੀ ਦਾ ਬਲੱਡ ਲੌਕ ਹੋ ਜਾਂਦਾ, ਠੀਕ ਹੈ, ਉੱਪਰ ਪ੍ਰੋਪਰ ਬਲੱਡ ਯੂਜ਼ ਕਰ ਰਹੀ ਹੈ ਬਾਡੀ। ਹੁਣ ਜਦੋਂ ਬੱਚਾ ਖਾਣਾ ਖਾਏਗਾ ਈਜ਼ੀ ਡਾਈਜੈਸਟ ਹੋ ਜਾਏਗਾ। ਇਸੇ ਕਰਕੇ ਜਿਹੜੇ ਬੱਚਿਆਂ ਨੂੰ ਖੱਟੇ ਮਿੱਠੇ ਢਕਾਰ ਆਈ ਜਾਂਦੇ ਨੇ ਜਦੋਂ ਡਾਈਨਿੰਗ ਟੇਬਲ ਤੇ ਬਹਿ ਕੇ ਅਸੀਂ ਖਾਣੇ ਆ। ਉਹਦੇ ਖੱਟੇ ਮਿੱਠੇ ਢਕਾਰ ਦੇ ਹੋਰ ਵੀ ਕਈ ਰੀਜ਼ਨ ਆ। ਜੇ ਬੱਚਾ ਟੀਵੀ ਦੇਖ ਰਿਹਾ ਹੈ ਤਾਂ ਬ੍ਰੇਨ ਦੇ ਜਿਹੜੇ ਸਿਗਨਲ ਲੀਵਰ ਨੂੰ ਜਾਣੇ ਸੀ ਅੱਛੇ ਜੂਸਸ ਬਣਾਉਣ ਲਈ, ਉਹ ਤਾਂ ਸਾਰੇ ਟੀਵੀ ਤੇ ਯੂਜ਼ ਹੋ ਰਹੇ ਨੇ, ਤਾਂ ਬ੍ਰੇਨ ਦੀ ਕੰਸਨਟ੍ਰੇਸ਼ਨ ਨਹੀਂ ਬਣਦੀ ਹੈਗੀ। ਉਹਦੇ ਕਰਕੇ ਬੱਚੇ ਨੂੰ ਮੋਟਾਪਾ ਆ ਜਾਂਦਾ, ਇੰਡਾਈਜੈਸ਼ਨ ਹੋ ਜਾਂਦਾ, ਮੈਟਾਬੋਲਿਕ ਡਿਸਆਰਡਰ ਹੋ ਜਾਂਦਾ, ਠੀਕ ਹੈ। ਜੇ ਬੱਚੇ ਆਰਾਮ ਨਾਲ, ਜਿਵੇਂ ਹੁਣੇ ਬੱਚੇ ਨੂੰ ਕੰਸਨਟ੍ਰੇਸ਼ਨ ਬਣੀ ਹੋਈ ਹੈ ਕਿ ਸਾਹਮਣੇ ਥਾਲੀ ਹੈ, ਵਿੱਚ ਖਾਣਾ ਹੈ, ਤੇ ਮੈਂ ਖਾਣੇ ਨੂੰ ਖਾਣ ਲਈ ਬੈਠਾ ਹੋਇਆ, ਮੈਂ ਨਾ ਮੋਬਾਈਲ ਦੇਖਣਾ ਨਾ ਟੀਵੀ ਦੇਖਣਾ, ਤਾਂ ਬਾਡੀ ਵੀ 100% ਕੰਸਨਟ੍ਰੇਟ ਕਰ ਰਹੀ ਹੈ ਉਸੇ ਐਕਟੀਵਿਟੀ ਦੇ ਉੱਪਰ। ਤੇ ਇਹੀ ਰੀਅਲ ਸਾਇੰਸ ਹੈ, ਨੈਚੁਰਲ ਸਾਇੰਸ। ਤੁਸੀਂ ਆਦਤ ਤਾਂ ਨਹੀਂ ਪਾਈ ਬੱਚੇ ਨੂੰ ਟੀਵੀ ਵਿਖਾਉਣ ਦੀ? ਬੱਚੇ ਦੇਖਦੇ ਨੇ ਟੀਵੀ। ਦੇਖਦੇ ਨੇ? ਤੇ ਫਿਰ ਅੱਜ ਕਿਵੇਂ ਲੱਗੇ ਹੋਏ ਨੇ? ਅੱਜ ਫਿਰ ਨਵਾਂ এনवायरमेंट ਮਿਲ ਗਿਆ ਨਾ, ਉਹ 'ਚ ਬਹਿ ਕੇ ਖੁਸ਼ ਹੈਗੇ ਨੇ। ਨਹੀਂ, ਵੈਸੇ ਤਾਂ ਹੁੰਦਾ ਇਹ ਹੈ ਕਿ ਜਦੋਂ ਤੱਕ ਅਸੀਂ ਬੱਚਿਆਂ ਨੂੰ ਮੋਬਾਈਲ ਅੱਗੇ ਨਹੀਂ ਰੱਖਦੇ, ਕਾਰਟੂਨ ਨਹੀਂ ਚੱਲਦੇ, ਤੇ ਉਦੋਂ ਤੱਕ ਤਾਂ ਬੱਚੇ ਦੇ ਖਾਣਾ ਨਹੀਂ ਨਿੱਗਰਦਾ। ਨਹੀਂ, ਇਹ ਪੱਕੇ ਯੂਜ਼ ਟੂ ਨਹੀਂ ਹੈ, ਉੱਦਾਂ ਵੀ ਖਾ ਲੈਂਦੇ, ਇਹ ਨਹੀਂ ਕਿ ਲੱਗੇਗਾ ਤਾਂ ਹੀ ਖਾਣਾ, ਉਹ ਉੱਦਾਂ ਵੀ ਖਾ ਲੈਂਦੇ, ਪੂਰੀ ਹੈਬਿਟ ਨਹੀਂ ਹੈ। ਜਿਹੜੇ ਡਾਕਟਰ ਸਾਹਿਬ ਨੇ ਜਿਹੜਾ ਕੁਝ ਦੱਸਿਆ ਫਿਰ ਉਹ ਕਿਵੇਂ? ਇਹ ਹੈ ਕਿ ਬੱਚਿਆਂ ਨੂੰ ਹੈਬਿਟ ਨਹੀਂ ਪਾਣੀ ਚਾਹੀਦੀ ਟੀਵੀ ਮੋਬਾਈਲ ਦੀ। ਬੱਚਿਆਂ ਨੂੰ ਇੱਦਾਂ ਹੀ ਬਿਠਾ ਕੇ ਫੈਮਿਲੀ ਨਾਲ ਖਾਣਾ ਖਵਾਉਣਾ ਚਾਹੀਦਾ ਵਾ। ਬੱਚਿਆਂ ਨੂੰ ਹੋਰ ਹੈਬਿਟਸ ਵਧੀਆ ਲੱਗਦੀਆਂ ਹਨ। ਜੀ। ਸੋ ਤੁਸੀਂ ਦੇਖੋ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਖਾਣਾ ਖਵਾਵਾਂਗੇ, ਰੋਟੀ ਖਵਾਵਾਂਗੇ, ਬਗੈਰ ਟੀਵੀ ਤੋਂ, ਬਗੈਰ ਮੋਬਾਈਲ ਤੋਂ, ਤੇ ਉਹਦਾ ਫਾਇਦਾ ਬੱਚਿਆਂ ਨੂੰ ਹੋਣਾ ਹੀ ਹੋਣਾ, ਪੂਰੇ ਪਰਿਵਾਰ ਨੂੰ ਵੀ ਹੋਣਾ। ਜਿਹੜਾ ਕੀਤਾ ਜਾਣਾ ਹੈ, ਇਹ ਸਾਰੀਆਂ ਬਹੁਤ ਥੋੜ੍ਹੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਵਰਿੰਦਰ ਸਿੰਘ ਭੁੱਲਰ ਹੋਣਾ ਦਾ ਕਹਿਣਾ ਹੈ ਕਿ ਇਹ ਬਹੁਤ ਇੰਪੋਰਟੈਂਟ ਨੇ। ਇਹ ਕੀ ਚੀਜ਼ ਹੈ ਜੀ? ਤੁਸੀਂ ਮਿੱਟੀ ਰੱਖੀ ਹੈ, ਤੇ ਹਸਪੀਟਲਸ ਦੇ ਵਿੱਚ ਤੇ ਕੈਪਸੂਲ ਹੁੰਦੇ ਨੇ, ਅਸੀਂ ਕਹਿ ਲਈਏ ਕਿ ਵੱਡੀਆਂ ਵੱਡੀਆਂ ਗਲੂਕੋਜ਼ ਦੀਆਂ ਬੋਤਲਾਂ ਹੁੰਦੀਆਂ ਨੇ, ਵੱਡਾ ਵੱਡਾ ਸਟਾਫ ਹੁੰਦਾ, ਵੱਡੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ, ਤੇ ਤੁਸੀਂ ਮਸ਼ੀਨਾਂ ਦੀ ਥਾਂ ਤੇ ਇੱਥੇ ਮਿੱਟੀ ਰੱਖੀ ਹੈ ਜੀ। ਦੇਖੋ, ਬਾਡੀ ਆਪਣੇ ਆਪ ਹੀ ਨੇਚਰ ਦੀ ਬਹੁਤ ਵੱਡੀ ਇੱਕ ਮਸ਼ੀਨ ਹੈ, ਉਹਨੂੰ ਸਿਰਫ ਰॉ ਮਟੀਰੀਅਲ ਚਾਹੀਦਾ। ਜਿਸ ਚੀਜ਼ ਤੋਂ ਬਣੀ ਆ ਉਹਦਾ ਕੱਚਾ ਮਾਲ ਵਾਪਸ ਚਾਹੀਦਾ, ਠੀਕ ਹੈ। ਅਗਰ ਅਸੀਂ ਨਰਵਸ ਸਿਸਟਮ ਨੂੰ ਨਿਊਟਰਲ ਕਰਨਾ ਹੈ, ਅਗਰ ਅਸੀਂ ਆਪਣੀ ਬੋਨਸ ਨੂੰ ਸਟਰੋਂਗ ਕਰਨਾ ਹੈ, ਅਗਰ ਅਸੀਂ ਮਸਲਸ ਨੂੰ ਟੋਨ ਅਪ ਕਰਨਾ ਹੈ, ਤਾਂ ਉਹਦੇ ਵਾਸਤੇ ਸਭ ਤੋਂ ਬੈਸਟ ਰॉ ਮਟੀਰੀਅਲ ਜਿਹੜਾ ਹੈਗਾ ਉਹ ਮਿੱਟੀ ਹੈ। ਮਿੱਟੀ ਦਾ ਯੂਜ਼ ਕਿਵੇਂ ਕਰਨਾ ਜੀ? ਹੁਣ ਮਿੱਟੀ ਤਾਂ ਸਾਡੇ ਸਾਰੇ ਘਰਾਂ ਦੇ ਵਿੱਚ ਹੈਗੀ ਹੈ, ਯੂਜ਼ ਕਿਵੇਂ ਤੁਸੀਂ ਕਰਵਾਉਣੇ ਹੋ? ਤੇ ਤੁਸੀਂ ਕਹਿ ਰਹੇ ਹੋ ਕਿ ਵੱਡੇ ਵੱਡੇ ਆਪਰੇਸ਼ਨ ਹੈਗੇ ਜਿਹੜੇ ਮਿੱਟੀ ਨਾਲ ਤੁਸੀਂ ਬਚਾ ਲਏ ਨੇ। ਦੇਖੋ, ਆਲਰੇਡੀ ਦੇਖੋ ਅੱਜ ਫੀਮੇਲਸ ਦੇ ਵਿੱਚ ਸਭ ਤੋਂ ਵੱਡੀ ਇੱਕ ਸਮੱਸਿਆ ਆ ਰਹੀ ਹੈ, ਉਹਨਾਂ ਨੂੰ ਨੀਂਦ ਨਹੀਂ ਆ ਰਹੀ, ਜਿਹਦਾ ਡਿਪਰੈਸ਼ਨ ਬਣ ਜਾਂਦਾ, ਮਾਈਗ੍ਰੇਨ ਦੀ ਸਮੱਸਿਆ ਆ ਜਾਂਦੀ ਹੈ। ਔਰ ਇਸ ਤੋਂ ਇਲਾਵਾ ਫੀਮੇਲ ਦੇ ਵਿੱਚ ਜਿਹੜੀ ਹਾਰਮੋਨਲ ਡਿਸਆਰਡਰ ਦੀ ਸਮੱਸਿਆ ਬਹੁਤ ਜ਼ਿਆਦਾ ਹੈਗੀ ਆ, ਉਹਦੀ ਵਜ੍ਹਾ ਨਾਲ ਵੀ ਹਾਈਪਰ ਜਿਹੜੇ ਹਾਰਮੋਨਸ ਨੇ ਉਹ ਹਾਈਪਰ ਹੁੰਦੇ ਨੇ ਬਾਡੀ ਦੇ ਵਿੱਚ। ਕਈਆਂ ਦੇ ਹਾਈਪਰ ਮੀਨਸ ਬਹੁਤ ਤੇਜ਼ੀ ਨਾਲ ਵਰਕ ਕਰਨਾ, ਹਾਈਪੋ ਮੀਨਸ ਬਹੁਤ ਸਲੋ ਮੂਵਮੈਂਟ 'ਚ ਕੰਮ ਕਰਨਾ,
ਉਹਨੂੰ ਸਾਰੀ ਚੀਜ਼ ਨੂੰ ਨਿਊਟਰਲ ਕਰਨ ਵਾਸਤੇ ਅਸੀਂ ਇਹਨੂੰ ਪ੍ਰਯੋਗ ਕਰਦੇ ਹਾਂ। ਜਿਵੇਂ ਕਿ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਮੱਥੇ ਦੀ ਪੱਟੀ ਦਿੰਦੇ ਅਸੀਂ, ਜਿਨ੍ਹਾਂ ਦੀ ਆਈਸਾਈਟ ਵੀਕ ਹੈ, ਅੱਖਾਂ 'ਚੋਂ ਪਾਣੀ ਹੈ, ਗਰਮੀ ਦੇ ਵਿੱਚ ਅੱਖਾਂ 'ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਜਾਂ ਲਾਲੀ ਵੱਜ ਜਾਂਦੀ ਅੱਖਾਂ। ਅੱਜ ਕੱਲ ਫਲੂ ਵੀ ਬੜਾ ਚੱਲ ਰਿਹਾ ਜੀ ਬੱਚਿਆਂ ਦਾ, ਅੱਖਾਂ ਦੇ ਲਾਲ ਹੋਈਆਂ ਹੋਈਆਂ, ਬੱਚਾ ਸਵੇਰੇ ਠੀਕ ਜਾਂਦਾ ਸਕੂਲ 'ਚੋਂ ਤੇ ਸਕੂਲ 'ਚੋਂ ਆ ਕੇ ਪਤਾ ਲੱਗਦਾ ਕਿ ਬੱਚੇ ਦੀ ਅੱਖਾਂ ਲਾਲ ਹੋਈਆਂ ਪਈਆਂ ਨੇ, ਸਵੇਰੇ ਖੁੱਲਦੀਆਂ ਨਹੀਂ। ਬਿਲਕੁਲ ਉਹਦੇ ਲਈ ਤਾਂ ਸਭ ਤੋਂ ਦੀ ਬੈਸਟ ਟ੍ਰੀਟਮੈਂਟ ਹੈ ਮਿੱਟੀ ਦੀ ਪੱਟੀ। ਜੀ ਜੀ। ਔਰ ਬੱਚਿਆਂ ਵਾਸਤੇ ਕਿਉਂਕਿ ਮੋਸਟਲੀ ਬੱਚੇ ਟੀਵੀ ਵੀ ਦੇਖ ਰਹੇ, ਮੋਬਾਈਲ ਵੀ ਦੇਖ ਰਿਹਾ, ਇਸ ਤਰ੍ਹਾਂ ਦੀ ਅਲਰਜੀ ਬੈਕਟੀਰੀਆ ਦੇ ਅੰਡਰ ਵੀ ਆ ਜਾਂਦੇ ਨੇ, ਤਾਂ ਉੱਥੇ ਮਿੱਟੀ ਨੂੰ ਤੁਸੀਂ ਸਕਿਨ ਡਿਸਆਰਡਰ ਲਈ ਮਿੱਟੀ ਨੂੰ ਨਰਵਸ ਸਿਸਟਮ, ਹੁਣ ਦੇਖੋ ਨਰਵਸ ਸਿਸਟਮ ਦਾ ਡਿਸਆਰਡਰ ਕਿਹੜਾ, ਨੀਂਦ ਨਹੀਂ ਆ ਰਹੀ, ਨਰਵਸ ਸਿਸਟਮ ਡਿਸਟਰਬ ਹੋ ਗਿਆ, ਵਾਰ-ਵਾਰ ਫੀਵਰ ਆ ਰਿਹਾ, ਉੱਥੇ ਵੀ ਨਰਵਸ ਸਿਸਟਮ ਨੇ ਹੀਟ ਕਰ ਜਾਣਾ ਹੈਗਾ, ਜ਼ਿਆਦਾ ਸ਼ਕਤੀ ਘਟ ਗਈ, ਨਰਵਸ ਸਿਸਟਮ ਡਿਸਟਰਬ ਹੋ ਗਿਆ, ਗੈਟਿੰਗ ਸਿਰ 'ਚ ਦਰਦ ਰਹਿੰਦਾ ਹੈਗਾ, ਵਾਲ ਝੜਦੇ ਹੈਗੇ ਆ, ਗੁੱਸਾ ਜ਼ਿਆਦਾ ਆ ਰਿਹਾ, ਭੁੱਲਣ ਦੀ ਬਿਮਾਰੀ ਤੁਹਾਨੂੰ ਹੋ ਗਈ ਹੈ, ਉਹਨਾਂ ਸਾਰੇ ਟ੍ਰੀਟਮੈਂਟ ਲਈ ਮਿੱਟੀ ਦੀ ਪੱਟੀ ਹੈ। ਡੇਲੀ 20 ਤੋਂ 25 ਮਿੰਟ ਲਵੋ ਸੌਣ ਤੋਂ ਪਹਿਲਾਂ, ਕੋਈ ਨੀਂਦ ਦੀ ਗੋਲੀ ਨਹੀਂ ਖਾਣੀ ਪੈਣੀ। ਜੀ ਜੀ ਜੀ। ਤੇ ਫਿਰ ਇਹ ਕੀ ਚੀਜ਼ ਹੈਗੀ ਜਿਹੜੀ ਇਹ ਰੱਖੀ ਹੋਈ ਹੈ ਜੀ? ਇਹ ਬੜੇ ਭਾਰੀ ਹੈ ਜੀ। ਇਹ ਤਾਂ ਮੈਨੂੰ ਤਾਂ ਲੱਗਦਾ ਸੀ ਬੜਾ ਹਲਕੀ ਜਿਹੀ ਚੀਜ਼ ਹੋਣੀ। ਇਹ ਮੈਗਨੇਟ ਥੈਰੇਪੀ ਹੈ। ਅੱਛਾ ਜੀ। ਮੈਗਨੇਟ ਥੈਰੇਪੀ ਹੈ, ਇਹਦੇ ਨਾਲ ਬਾਡੀ ਦੇ ਦੋਨੋਂ ਪਾਸੇ ਨੈਗੇਟਿਵ ਪੋਜ਼ਿਟਿਵ ਨੂੰ ਨਿਊਟਰਲ ਕਰਨ ਲਈ ਯੂਜ਼ ਕੀਤਾ ਜਾਂਦਾ। ਗੈਟਿੰਗ ਤੋਂ ਸਾਡੀ ਉਹ ਕਿਸ ਤਰੀਕੇ ਨਾਲ ਯੂਜ਼ ਕਿਵੇਂ ਹੁੰਦਾ ਜੀ? ਇਹ ਆਲਰੇਡੀ ਇਹਦੇ ਉੱਪਰ ਹੱਥ ਦੇ ਨਾਲ ਵੀ ਔਰ ਪੈਰਾਂ ਦੇ ਨਾਲ ਵੀ ਇਹਨੂੰ ਯੂਜ਼ ਕੀਤਾ ਜਾਂਦਾ। ਮਲਟੀਪਲ ਇਹਦੇ ਯੂਜ਼ਸ ਨੇ ਅਕੋਰਡਿੰਗ ਟੂ ਡਿਸਆਰਡਰ। ਕਿਹੜੇ ਰੋਗਾਂ ਦੇ ਵਿੱਚ ਤੁਸੀਂ ਇਸਤੇਮਾਲ ਕਰਦੇ ਹੋ ਜੀ ਫਿਰ ਇਹਨਾਂ ਨੂੰ? ਪੈਰਾਲਾਈਜ਼ ਦਾ ਪੇਸ਼ੈਂਟ ਹੋਏਗਾ, ਸਿਰ 'ਚ ਦਰਦ ਜਿਹਨੂੰ ਸਮੱਸਿਆ ਹੈਗੀ, ਮਾਈਗ੍ਰੇਨ ਦਾ ਜਿਹੜਾ ਪੇਸ਼ੈਂਟ ਹੈਗਾ ਉਹਨਾਂ ਨੂੰ, ਹਾਈ ਬੀਪੀ, ਲੋ ਬੀਪੀ, ਉਹ ਸਾਰੇ ਦੇ ਡਿਸਆਰਡਰ ਦੇ ਉੱਤੇ ਇਹਦਾ ਕੰਮ ਕੀਤਾ ਜਾਂਦਾ ਹੈਗਾ। ਜ਼ਿਆਦਾ ਸ਼ਕਤੀ ਕਮਜ਼ੋਰ ਹੈ, ਮਸਲ ਵੀਕ ਹੈ, ਹੁਣ ਡਾਇਬਟਿਕ ਪੇਸ਼ੈਂਟ ਦੇ ਮਸਲ ਵੀਕ ਹੈ, ਉੱਥੇ ਇਹਦਾ ਬਹੁਤ ਅੱਛਾ ਰੋਲ ਹੈਗਾ। ਸਾਈਟਿਕਾ ਪੇਨ, ਠੀਕ ਹੈ, ਇੱਕ ਲੱਤ ਜਿਹਨੂੰ ਰਿੰਗੜਵਾ ਕਹਿੰਦੇ ਹੁੰਦੇ, ਉਹਦੇ ਉੱਤੇ ਬਹੁਤ ਅੱਛੇ ਦੇ ਰਿਜ਼ਲਟ ਹੈਗੇ। ਜੀ ਜੀ। ਤਾਂ ਓਵਰਆਲ ਸਾਰੀਆਂ ਸਾਇੰਸਿਸ ਦਾ ਮਕਸਦ ਇੱਕੋ ਹੀ ਹੈ, ਬਾਡੀ ਨੂੰ ਉਹਦੇ ਨਿਊਟਰਲ ਫਾਰਮ 'ਚ ਲਿਆ ਕੇ ਉਹਦੇ ਸੈਲਫ ਰਿਪੇਅਰਿੰਗ ਤੇ ਮੈਕੈਨਿਜ਼ਮ ਨੂੰ ਐਕਟਿਵ ਕਰਨਾ ਬਸ। ਜੀ। ਤੇ ਫਿਰ ਇਹ ਹੁਣ ਤੁਸੀਂ ਲੁਧਿਆਣੇ ਵਾਲਿਆਂ ਨੂੰ ਘੜੇ ਨਾਲ ਪਾਣੀ ਪਿਲਾਓਗੇ? ਸਾਡੇ ਤਾਂ ਆਰਓ ਲੱਗੇ ਹੋਏ ਹੈ। ਜੀ 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 ਜੀ। ਆਰਓ ਦੇਖੋ ਇੱਕ ਐਸਿਡਿਕ ਫਾਰਮ ਨੂੰ ਤਿਆਰ ਕਰਦਾ ਹੈ, ਉਸ ਐਸਿਡਿਕ ਫਾਰਮ ਨੂੰ ਵਾਪਸ ਅਗਰ ਅਸੀਂ ਨਿਊਟਰਲ ਕਰਕੇ ਐਲਕਲਾਈਨ ਕਰਨਾ ਹੈ, ਜਿਹੜਾ ਕਿ ਬਾਡੀ ਦੀ ਯੂਜ਼ਿੰਗ ਨਹੀਂ ਹੋਈ, ਤਾਂ ਸਾਨੂੰ ਵਾਪਸ ਘੜੇ ਵੱਲ ਆਉਣਾ ਹੀ ਪੈਣਾ ਹੈ। ਦੇਖੋ ਤੁਸੀਂ ਲੁਧਿਆਣੇ ਰਹਿ ਰਹੇ ਹੋ, ਠੀਕ ਹੈ, ਤੁਸੀਂ ਅੱਜ ਦੀ ਹਾਈਟੈਕ ਔਰ ਟੈਕਨੋਲੋਜੀ ਦੇ ਲਾਈਫ ਸਟਾਈਲ 'ਚੋਂ ਬਾਡੀ ਤਾਂ ਪਹਿਲਾਂ ਵੀ ਜਿਵੇਂ ਤਿਆਰ ਹੁੰਦੀ ਸੀ, ਜਿਵੇਂ ਇਹਦੀ ਨੇਚਰ ਹੈ, ਇਹਦੀ ਸਮਝ ਹੈ, ਉਹ ਤਾਂ ਲੱਖਾਂ ਸਾਲ ਬਾਅਦ ਵੀ ਇਹੀ ਰਹਿਣੀ ਹੈ। ਗੈਟਿੰਗ ਤਾਂ ਇਸ ਕਰਕੇ ਬਾਡੀ ਦੀ ਰਿਕੁਆਇਰਮੈਂਟ ਉਹੀ ਰਹੇਗੀ। ਤੁਸੀਂ ਚਾਹੇ ਸੋਨੇ ਦੀ ਥਾਲੀ 'ਚ ਖਾ ਲਓ, ਤੁਸੀਂ ਚਾਹੇ ਹਵਾਈ ਜਹਾਜ਼ 'ਚ ਸੌਵੋ ਰੋਜ਼, ਲੇਕਿਨ ਬਾਡੀ ਨੂੰ ਤਾਂ ਸਰ ਅਗਰ ਜੇ ਤੁਸੀਂ ਸਟਰੈਂਥ ਦੇਣੀ ਮਸਲ ਨੂੰ, ਤਾਂ ਤੁਹਾਨੂੰ ਵਾਪਸ ਪੈਰ ਮਿੱਟੀ 'ਤੇ ਰੱਖਣਾ ਹੀ ਪੈਣਾ। ਗੈਟਿੰਗ ਤਾਂ ਉਹਦੇ ਵਾਸਤੇ ਇਹ ਬੇਸਿਕ ਨੀਡ ਹੈ ਬਾਡੀ ਦੀ। ਤੁਸੀਂ ਚਾਹੇ ਦੁਬਈ ਦੇ ਸ਼ੇਖ ਕਿਉਂ ਨਾ ਹੋਵੋ, ਉਸ ਚੀਜ਼ ਨੂੰ ਨੇਚਰ ਤੇ ਤੁਹਾਡੀ ਬਾਡੀ ਨੂੰ ਉਸ ਚੀਜ਼ ਨਾਲ ਕੀ ਲੈਣਾ ਦੇਣਾ ਹੈਗਾ। ਉਹਨੂੰ ਤਾਂ ਇਹ ਚਾਹੀਦਾ ਵੀ ਭਾਈ ਸਾਹਿਬ ਮੈਨੂੰ ਸੂਰਜ ਦੀ ਜ਼ਰੂਰਤ ਵੀ ਹੈ, ਮਿੱਟੀ ਦੀ ਜ਼ਰੂਰਤ ਵੀ ਹੈ, ਚੰਦਰਮਾ ਦੀ ਜ਼ਰੂਰਤ ਵੀ ਹੈ, ਪਾਣੀ ਦੀ ਜ਼ਰੂਰਤ ਵੀ ਹੈ, ਔਰ ਅੱਗ ਤੇ ਬਣੀ ਹੋਈ ਚੀਜ਼ ਦੀ ਜ਼ਰੂਰਤ ਵੀ ਹੈ। ਉਹ ਤਾਂ ਉਹਦੀ ਬੇਸਿਕ ਰਿਕੁਆਇਰਮੈਂਟ ਹੈ, ਉਹ ਤਾਂ ਦੇਣੀ ਪਏਗੀ। ਚਾਹੇ ਤੁਸੀਂ ਕਿਤੋਂ ਮੰਗ ਕੇ ਖਾ ਰਹੇ ਹੋ, ਚਾਹੇ ਕਮਾ ਕੇ ਖਾ ਰਹੇ ਹੋ, ਰਿਕੁਆਇਰਮੈਂਟ ਦੋਨਾਂ ਦੀ ਸੇਮ ਹੈ। ਠੀਕ ਹੈ, ਭਿਖਾਰੀ ਦੀ ਵੀ ਤੇ ਰਾਜੇ ਦੀ ਵੀ, ਦੋਨਾਂ ਦੀ ਸੇਮ ਹੈ, ਕਿਉਂਕਿ ਬਾਡੀ ਨੇਚਰ ਦੇ ਥਰੂ ਔਰ ਨੇਚਰ ਦੇ ਨਿਯਮ 'ਚ ਕੰਮ ਕਰਦੀ ਹੈ। ਇਹ ਕਿਸੇ ਦੀ ਕਲਾਸ ਵਾਈਜ਼ ਨਹੀਂ ਕੰਮ ਕਰਦੀ ਵੀ ਮੈਂ 10,000 ਕਮਾਉਣਾ ਤਾਂ ਮੇਰੀ ਕਲਾਸ ਅਲੱਗ ਹੈ ਤੇ ਮੇਰੀ ਬਾਡੀ ਦਾ ਕੰਮ ਕਰਨ ਦਾ ਤਰੀਕਾ ਵੀ ਅਲੱਗ ਹੋਏਗਾ। ਨਹੀਂ, ਟੌਰਚਰ ਕਰਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਨੇ। ਠੀਕ ਹੈ, ਠੀਕ ਹੈ। ਜਿਹਨੇ ਜ਼ਿਆਦਾ ਮਿਹਨਤ ਕਰਨੀ ਹੈ ਉਹ ਤਾਂ ਹੋ ਸਕਦਾ ਕੋਈ 16 ਘੰਟੇ ਕੰਮ ਕਰੇ, ਠੀਕ ਹੈ, ਜਾਂ 18 ਘੰਟੇ ਕੰਮ ਕਰੇ, ਟੌਰਚਰ ਹੋ ਗਿਆ, ਲੇਕਿਨ ਉਸ ਤੋਂ ਬਾਅਦ ਨਹੀਂ ਹਟੇਗਾ ਤਾਂ ਬਾਡੀ ਨੇ ਉਹਨੂੰ ਬਿਮਾਰ ਕਰਕੇ ਮੰਜੇ 'ਤੇ ਪਾ ਦੇਣਾ। ਗੈਟਿੰਗ ਤਾਂ ਜਿਹਦੀ ਕਲਾਸ ਅੱਛੀ, ਉਹ ਅੱਛੀ ਕਲਾਸ ਦਾ ਲਾਈਫ ਸਟਾਈਲ ਹੈਗਾ, ਹੋ ਸਕਦਾ ਉਹ ਕੰਮ ਹੀ 2 ਘੰਟੇ ਕਰਦਾ ਹੋਵੇ, ਬਾਕੀ ਉਹ ਸੌਂ ਕੇ ਗੁਜ਼ਾਰਦਾ ਹੋਵੇ, ਉਹਨੂੰ ਬਾਡੀ ਨੂੰ ਰੈਸਟ ਮੋਡ 'ਚ ਜਾ ਕੇ ਟੌਰਚਰ ਕਰ ਲਿਆ। ਤਾਂ ਟੌਰਚਰ ਕਰਨ ਦਾ ਮੈਥਡ ਅਲੱਗ-ਅਲੱਗ ਹੋ ਸਕਦਾ ਹੈ, ਲੇਕਿਨ ਬਾਡੀ ਦਾ ਜਿਹੜਾ ਜਿੰਦਾ ਰਹਿਣ ਦਾ ਪ੍ਰਿੰਸੀਪਲ ਨਿਯਮ ਹੈ ਉਹ ਨੇਚਰ ਦੇ ਮੁਤਾਬਕ ਹੈ। ਉਹ ਤੁਹਾਡੀ ਕਲਾਸ ਨਾਲ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਅੱਛਾ, ਤੇ ਡਾਕਟਰ ਸਾਹਿਬ ਫਿਰ ਇਹ ਲੁਧਿਆਣੇ ਤੁਸੀਂ ਸੈਂਟਰ ਗੁਲਾਟੀ ਚੌਂਕ ਆਰੀਆ ਸਮਾਜ ਵਾਲੀ ਮੰਦਿਰ ਦੀ ਜਿਹੜੀ ਗਲੀ ਹੈ, ਉਹ ਗਲੀ ਦੇ ਵਿੱਚ ਤੁਸੀਂ ਸਥਾਪਿਤ ਕੀਤਾ ਹੈ। ਇੱਥੇ ਕਦੋਂ ਮਿਲਿਆ ਕਰੋਗੇ ਤੁਸੀਂ? ਵੈਸੇ ਤਾਂ ਦੇਖੋ ਮੇਰੇ ਅਸਿਸਟੈਂਟ ਡਾਕਟਰ ਐਂਡ ਟੀਮ 6 ਡੇ ਇੱਥੇ ਰਹੇਗੀ ਵੀਕ ਦੇ ਵਿੱਚ। ਇਸ ਤੋਂ ਇਲਾਵਾ ਬੁੱਧਵਾਰ ਤੇ ਵੀਰਵਾਰ ਮੇਰੇ ਇੱਥੇ 2 ਦਿਨ ਰਹਿਣਗੇ। 10 ਤੋਂ ਲੈ ਕੇ 4 ਵਜੇ ਤੱਕ, 3 ਵਜੇ ਤੱਕ ਅਪਾਇੰਟਮੈਂਟ ਟਾਈਮ ਹੁੰਦਾ ਹੈ, 4 ਵਜੇ ਤੱਕ ਪੇਸ਼ੈਂਟ ਦੇਖੀਦਾ ਆਪਾਂ। ਜੀ 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 ਜੀ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਕੁਝ ਕੁ ਲੋਕਾਂ ਨੂੰ ਜਿਹੜੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਰਾਂ ਨੇ ਖਾਸ ਕਰਕੇ ਇਸ ਸੈਂਟਰ ਦੀ ਓਪਨਿੰਗ ਮੌਕੇ ਦੇ ਉੱਤੇ ਇਨਵਾਈਟ ਕੀਤਾ ਹੋਇਆ ਸੀ, ਉਹਨਾਂ ਦੇ ਵਿੱਚੋਂ ਹੀ ਕੁਝ ਕੁ ਸਾਡੀਆਂ ਮਾਵਾਂ ਦੇ ਸਮਾਨ, ਸਾਡੇ ਜਿਹੜੀਆਂ ਭੈਣਾਂ ਦੇ ਸਮਾਨ ਇੱਥੇ ਬੈਠੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਬਲਮ ਕੀ ਸੀ ਤੁਹਾਨੂੰ? ਪ੍ਰੋਬਲਮ ਇੱਕ ਹੋਵੇ ਤਾਂ ਬੰਦਾ ਦੱਸੇ। ਮੈਨੂੰ ਤਾਂ ਬਹੁਤ ਪ੍ਰੋਬਲਮ ਸੀ, ਸਿਰ ਤੋਂ ਪੈਰਾਂ ਤੱਕ ਬਿਮਾਰ ਹੀ ਰਹਿੰਦੀ ਸੀ। ਮੈਨੂੰ ਸੇਕ ਨਿਕਲਦਾ ਸੀ ਪੈਰਾਂ 'ਚੋਂ, ਕੜੱਲਾਂ ਪੈਂਦੀਆਂ ਸੀਗੀਆਂ, ਮਾਈਗ੍ਰੇਨ ਸੀਗੀ, ਸਾਹ ਦੀ ਸੀਗੀ, ਨਜ਼ਲੇ ਦੀ ਵੀ ਸੀਗੀ,
ਅੱਖ 'ਚ ਵੀ ਪ੍ਰੋਬਲਮ ਸੀਗੀ ਤੇ ਪੇਟ ਦਾ ਭਾਰੀਪਨ ਬਹੁਤ ਸੀਗਾ, ਗੈਸ ਬਣਦੀ ਸੀ। ਸਾਰੀਆਂ ਚੀਜ਼ਾਂ 1 ਮਹੀਨੇ ਦੇ ਵਿੱਚ ਕੰਪਲੀਟ ਹੋ ਗਈਆਂ। 1 ਮਹੀਨੇ ਦੇ ਵਿੱਚ ਠੀਕ ਹੋ ਗਏ? ਠੀਕ ਹੋ ਗਈਆਂ। ਬਸ ਹੁਣ ਹੱਥ ਹੀ ਲੰਘ ਗਿਆ, ਪੂੰਛ ਰਹਿ ਗਈ, ਥੋੜਾ ਜਿਹਾ ਨਜ਼ਲਾ ਰਹਿ ਗਿਆ, ਖਾਂਸੀ ਰਹਿ ਗਈ ਆ ਤੇ ਮਤਲਬ ਸਾਹ ਇਹੋ ਜਿਹਾ ਹੋ ਜਾਂਦਾ ਸੀ ਕਿ ਮੈਂ ਮਰਨ ਵਾਲੀ ਹੋ ਜਾਂਦੀ ਸੀ ਤੇ ਮੈਂ ਚੰਡੀਗੜ੍ਹ ਚਲੇ ਜਾਂਦੀ ਹੁੰਦੀ ਸੀ। ਉੱਥੇ ਜਾ ਕੇ ਮੇਰਾ ਟ੍ਰੀਟਮੈਂਟ ਹੁੰਦਾ ਸੀਗਾ ਤੇ ਉੱਥੇ ਆਕਸੀਜਨ ਲੱਗਣੀ, ਕਈ ਕੁਝ ਹੋਣਾ, ਮੇਰਾ ਟ੍ਰੀਟਮੈਂਟ ਇੰਨਾ ਲੰਬਾ ਚਲੇ ਜਾਣਾ। ਲੇਕਿਨ ਇਹ ਹੈ ਕਿ ਅੱਜ ਦੀ ਯੁੱਗ ਦੇ ਵਿੱਚ, ਅੱਜ ਦੇ ਟਾਈਮ 'ਚ ਮੈਂ ਇਹੀ ਕਹਾਂਗੀ, ਮੈਂ ਜਦੋਂ ਵੀ ਮੈਨੂੰ ਟ੍ਰੀਟਮੈਂਟ ਹੁੰਦਾ ਸੀ ਤਾਂ ਮੇਰੇ ਮੰਮਾ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਨਾ ਧੀਏ ਠੀਕ ਹੋਈ ਕਦੇ ਵੀ, ਤੈਨੂੰ ਕਿੰਨਾ ਇਲਾਜ ਕਰਾ ਲਿਆ, ਤੂੰ ਨਹੀਂ ਠੀਕ ਹੁੰਦੀ। ਤੇ ਮੈਂ ਉਹਨਾਂ ਨੂੰ ਕਹਿਣਾ ਮੇਰੇ ਲਈ ਕੋਈ ਡਾਕਟਰ ਨਹੀਂ ਜੰਮਿਆ। ਤੇ ਜਿਸ ਦਿਨ ਮੈਂ ਵਿਜ਼ਿਟ ਕੀਤਾ ਲੁਧਿਆਣੇ ਸਰ ਕੋਲ ਤੇ ਸਰ ਦੇ ਆਪੋਜ਼ਿਟ ਬੈਠ ਕੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਮੇਰੇ ਮੰਮਾ ਕਹਿੰਦੇ ਸੀ ਤੇਰਾ ਇੰਨੇ ਇਲਾਜ ਹੋ ਗਿਆ, ਤੇਰੇ ਲਈ ਕੋਈ ਡਾਕਟਰ ਨਹੀਂ ਹੈਗਾ। ਮੈਂ ਕਿਹਾ ਜੰਮਿਆ ਨਹੀਂ ਕੋਈ, ਬਟ ਅੱਜ ਮੈਂ ਕਹਾਂਗੀ ਕਿ ਮੇਰੇ ਲਈ ਤੁਸੀਂ ਪੈਦਾ ਹੋਏ ਹੋ, ਮੈਨੂੰ ਤੁਸੀਂ ਠੀਕ ਕਰਨਾ ਹੈ। ਕਹਿੰਦੇ ਹਾਂ, ਕਹਿੰਦੇ ਕੋਈ ਖਲਾਰਾ ਤੇਰੇ ਪਿਆ ਹੋਇਆ ਅੰਦਰ, ਮੇਜਰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਮੇਜਰ ਪ੍ਰੋਬਲਮ ਵੀ ਨਹੀਂ ਸੀ ਕੋਈ, ਬਸ ਸਾਰੀਆਂ ਚੀਜ਼ਾਂ ਬਿਮਾਰੀਆਂ ਦਾ ਖਲਾਰਾ ਹੀ ਖਿਲ ਰਿਹਾ ਹੋਇਆ ਸੀ ਆਲਮੋਸਟ। ਤੇ ਮੈਂ ਐਵੇਂ ਮਜ਼ਾਕ ਨਾਲ ਕਿਹਾ, ਮੈਂ ਕਿਹਾ ਸਰ ਚੁੰਬਕ ਲਾ ਕੇ ਇਕੱਠੀਆਂ ਕਰ ਦਿਓ ਫਿਰ ਤੁਸੀਂ। ਤੇ ਕਹਿੰਦੇ ਕਰਨਾ ਹੀ ਪੈਣਾ। ਔਰ ਮੈਂ ਤੁਹਾਨੂੰ ਇੱਕ ਮੇਰਾ ਵਾਅਦਾ ਹੈ ਸਾਰੀ ਟੀਮ ਨਾਲ ਕਿ ਮੈਂ 1 ਮਹੀਨੇ 'ਚ ਸਾਰੀਆਂ ਪ੍ਰੋਬਲਮਸ ਠੀਕ ਹੋਈਆਂ ਮੇਰੀਆਂ। ਤੇ ਉਸ ਤੋਂ ਬਾਅਦ ਬਸ ਹੁਣ ਥੋੜੀ ਜਿਹੀ ਨਜ਼ਲੇ ਦੀ ਪ੍ਰੋਬਲਮ ਰਹਿ ਗਈ ਆ। ਇਹ ਵੀ ਕਹਿੰਦੇ ਆ ਕਿ 3 ਮਹੀਨੇ ਦਾ ਪੀਰੀਅਡ ਹੁੰਦਾ ਠੀਕ ਹੋਣ 'ਚ, ਤੁਸੀਂ 1 ਮਹੀਨੇ 'ਚ ਕਵਰ ਕੀਤਾ ਹੈਗਾ। ਮੈਂ ਬਹੁਤ ਖੁਸ਼ ਹਾਂ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਸੀ ਜੇ ਤੁਹਾਡੇ ਹੱਥ ਵੀਡੀਓ ਨਾ ਲੱਗਦੀ ਤੁਹਾਡੇ ਵਾਸਤੇ ਡਾਕਟਰ ਜੰਮਣਾ ਨਹੀਂ ਸੀ ਫਿਰ? ਉਹ ਤਾਂ ਹੈ ਹੀ ਆ। ਮੈਂ ਇਹੀ ਚਾਹੁੰਦੀ ਸੀਗੀ ਕਿ ਕੋਈ ਮੇਰੇ ਲਈ ਵੀ ਪੈਦਾ ਹੋਏਗਾ ਤੇ ਇਹੀ ਹਮੇਸ਼ਾ ਮੇਰਾ ਰਹਿਣਾ ਮੰਮਾ ਨੂੰ ਕੁਐਸਚਨ ਕਿ ਮੇਰੇ ਲਈ ਨਹੀਂ ਕੋਈ ਡਾਕਟਰ ਪੈਦਾ ਹੋਇਆ, ਮੇਰੀ ਤਾਂ ਮਰ ਕੇ ਹੀ ਜਾਨ ਛੁੱਟਣੀ ਆ। ਪਰ ਉਹ ਹੈ ਕਿ ਟਾਈਮ ਇਹ ਅੱਜ ਦਾ ਇਹ ਹੈਗਾ ਕਿ ਮੈਂ ਸਾਰਿਆਂ ਦੇ ਰੂਬਰੂ ਆ, ਤੁਹਾਡੇ ਸਾਹਮਣੇ ਆ। ਤੇ ਇੱਕ ਦਿਨ ਖੁਸ਼ੀ ਵੀ ਹੁੰਦੀ ਸੀਗੀ ਕਿ ਮੈਂ ਵੀ ਕਦੀ ਤੁਹਾਨੂੰ ਫਾਰੂਕ ਸਾਹਿਬ ਨੂੰ ਮਿਲੂੰਗੀ। ਕਿੰਨੀਆਂ ਵੀਡੀਓਜ਼ ਦੇਖਦੀ ਹਾਂ ਮੈਂ ਤੇ ਤੁਹਾਨੂੰ ਥੱਲੇ ਕਮੈਂਟ ਵੀ ਦਿੰਦੀ ਰਹਿਣਾ ਕਿਸੇ ਨਾ ਕਿਸੇ ਚੀਜ਼ ਤੇ, ਬਟ ਅੱਜ ਉਹ ਟਾਈਮ ਹੈ ਕਿ ਮੈਂ ਤੁਹਾਡੇ ਸਾਹਮਣੇ ਵੀ ਹਾਂ ਤੇ ਇਹਨਾਂ ਕੋਲ ਵੀ ਠੀਕ ਹੋਈ ਹਾਂ ਅੱਜ ਇਹਨਾਂ ਤੇ ਸਾਰਿਆਂ ਦੇ ਰੂਬਰੂ। ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਡੇ ਵਰਗੇ ਜਿਹੜੇ ਲੋਕ ਸਾਡੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਹੁੰਦੇ ਨੇ ਤੇ ਅਗਰ ਉਹਨਾਂ ਦੇ ਹੱਥ ਕੋਈ ਵੀਡੀਓ ਲੱਗਦੀ ਹੈ, ਉਹਨਾਂ ਨੂੰ ਕੋਈ ਬਿਮਾਰੀ, ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਇਸੇ ਤਰੀਕੇ ਨਾਲ ਉਹ ਤੁਹਾਡਾ ਵੀ ਜਿਹੜਾ ਹੋਰ ਲੋਕਾਂ ਦਾ ਵੀ ਟ੍ਰੀਟਮੈਂਟ ਹੋ ਸਕੇ। ਨਹੀਂ, ਮੈਂ ਤਾਂ ਜਿਨ੍ਹਾਂ ਨੂੰ ਵੀ ਗੱਲ ਕੀਤੀ ਹੈ ਕਿਉਂਕਿ ਮੈਨੂੰ ਸਾਰੇ ਦੇਖਦੇ, ਹੁਣ ਇੱਥੇ ਮੇਰੇ ਕਜ਼ਨ ਫੈਮਿਲੀ ਵੀ ਰਹਿੰਦੀ ਆ ਤੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ। ਵੈਸੇ ਬੇਸ਼ੱਕ ਅੱਜ ਵਰਿੰਦਰ ਸਰ ਭੁੱਲਰ ਬਿਜ਼ੀ ਸੀਗੇ ਬਹੁਤ, ਫਿਰ ਵੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ। ਮੈਂ ਘਰ ਗੱਲ ਕੀਤੀ, ਉਹਨਾਂ ਨਾਲ ਕਰਵਾਈ ਆ, ਭਾਬੀ ਆਪਣਿਆਂ ਨਾਲ। ਤੇ ਮਤਲਬ ਐਦਾਂ ਹੀ ਅੱਗੋਂ ਅੱਗੋਂ ਲਿੰਕ ਜੁੜਦੇ ਆ ਨਾ, ਕਿਉਂਕਿ ਮੈਂ ਤੁਹਾਡੀ ਵੀਡੀਓ ਦੇਖੀ ਆ, ਮੈਨੂੰ ਵੈਸੇ ਕੋਈ ਨਹੀਂ ਸੀ ਜਾਣਦਾ ਹੈਗਾ। ਅੱਜ ਮੈਂ ਤੁਹਾਡੀ ਵੀਡੀਓ ਦੇਖ ਕੇ ਜੇ ਮੈਂ ਇੱਥੇ ਤੱਕ ਪਹੁੰਚੀ ਹਾਂ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਜੇ ਕੋਈ ਬਿਮਾਰ ਹੈਗਾ ਤੇ ਉਹ ਇੱਥੇ ਆਵੇ, ਨਾ ਕਿ ਐਲੋਪੈਥਿਕ ਜਾਵੇ। ਐਲੋਪੈਥਿਕ ਐਮਰਜੈਂਸੀ ਲਈ ਹੈਗੀ ਆ, ਲੇਕਿਨ ਜੇ ਤੁਸੀਂ ਪਹਿਲਾਂ ਹੀ ਸਟਾਰਟਿੰਗ 'ਚ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿਓ ਤਾਂ ਮੈਂ ਆਈ ਹੋਪ ਕਿ ਇਸ ਤੋਂ ਜ਼ਿਆਦਾ ਉੱਪਰ ਬਿਮਾਰੀ ਨਹੀਂ ਜਾਏਗੀ। ਕਿਉਂਕਿ ਮੈਨੂੰ ਤਾਂ ਕਾਫੀ ਟਾਈਮ ਤੋਂ ਬਿਮਾਰੀਆਂ ਸੀ। ਔਰ ਇੱਕ ਮੈਂ ਭੁੱਲ ਗਈ, ਮੇਰੇ ਬਲੱਡ ਦੇ ਵਿੱਚ ਵੀ ਇਨਫੈਕਸ਼ਨ ਸੀਗੀ। ਉਹ ਕਿੱਦਾਂ ਸੀ, ਜਦੋਂ ਮੈਨੂੰ ਖਾਰਿਸ਼ ਹੁੰਦੀ ਸੀਗੀ ਨਾ ਤੇ ਲਾਸਾਂ ਪੈ ਜਾਂਦੀਆਂ ਸੀ ਤੇ ਉਹ ਮੈਂ ਸਰਦੀਆਂ ਦੇ ਦਿਨਾਂ 'ਚ ਵੀ ਮੈਂ ਕਹਿੰਦਾ ਏਸੀ ਚਲਾ ਦਿਓ। ਤੇ ਔਰ ਮੈਂ ਇੰਨੀ ਠੰਡ ਮਹਿਸੂਸ ਕਰਦੀ ਹੁੰਦੀ ਸੀਗੀ ਕਿ ਸਿਰ ਤੋਂ ਪੈਰਾਂ ਤੱਕ ਮੈਂ ਕੈਪ ਨਾਲ ਕਵਰ ਕਰਕੇ ਰੱਖਦੀ ਸੀ। ਔਰ ਹੁਣ ਦੀਆਂ ਸਰਦੀਆਂ 'ਚ ਜਦੋਂ ਦੀ ਐਲਰਜੀ ਸ਼ੁਰੂ ਹੋਈ ਸੀ ਤਾਂ ਮੈਨੂੰ ਇਹ ਸੀਗਾ ਕਿ ਨਹੀਂ, ਤੁਸੀਂ ਏਸੀ ਚਲਾ ਦਿਓ। ਮੈਂ ਬੜੇ ਪਤਲੇ ਪਤਲੇ ਕੱਪੜੇ ਪਾਣੇ, ਸਾਰਿਆਂ ਨੇ ਕਹਿਣਾ ਇਹਨੂੰ ਕੀ ਹੋ ਗਿਆ, ਇਹਨੂੰ ਕੀ ਹੋ ਗਿਆ, ਇਹ ਤਾਂ ਵੱਧਦੀਆਂ ਹੀ ਜਾਂਦੀਆਂ ਬਿਮਾਰੀਆਂ। ਬਟ ਹੁਣ ਮੈਂ ਵਾਹਿਗੁਰੂ ਦਾ ਵੀ ਸ਼ੁਕਰਗੁਜ਼ਾਰ ਕਰਦੀ ਹਾਂ ਤੇ ਵਰਿੰਦਰ ਜੀ ਦਾ ਵੀ, ਜਿਨ੍ਹਾਂ ਨੇ ਮੈਨੂੰ ਠੀਕ ਕੀਤਾ ਹੈਗਾ। ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਡੀ ਗੱਲਬਾਤ ਜਿਹੜੀ ਲੈਕਚਰਾਰ ਰਹੇ ਨੇ ਬਲਜਿੰਦਰ ਜੀ, ਉਹਨਾਂ ਨਾਲ ਵੀ ਕਰਵਾਵਾਂਗੇ ਜਿਨ੍ਹਾਂ ਨੇ ਅੱਜ ਤੱਕ ਕਦੇ ਕੋਈ ਮੈਡੀਸਨ ਨਹੀਂ ਖਾਧੀ, ਉਹ ਵੀ ਤੁਹਾਨੂੰ ਗੱਲਬਾਤ ਅਸੀਂ ਕਰਵਾਵਾਂਗੇ। ਪਰ ਇੱਕ ਹੋਰ ਜਿਹੜੇ ਇੱਥੇ ਸਾਡੇ ਨਾਲ ਭੈਣ ਜੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਕੀ ਨਾਂ ਹੈ ਜੀ ਤੁਹਾਡਾ? ਤਰਲੋਚਨ ਰਾਣੀ ਜੀ। ਅੱਛਾ, ਕਿੱਥੋਂ ਆਏ ਹੋ? ਲੁਧਿਆਣੇ ਤੋਂ ਜੀ। ਅੱਛਾ, ਲੁਧਿਆਣੇ ਤੋਂ ਹੀ ਹੋ। ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਇੱਥੇ? ਪਹਿਲਾਂ ਤਾਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਭੁੱਲਰ ਸਾਹਿਬ ਨੂੰ ਵੀ। ਪਹਿਲੇ ਮੈਂ 2 ਮਹੀਨੇ ਜੀ ਪਹਿਲੇ ਇਹਨਾਂ ਦੀਆਂ ਵੀਡੀਓ ਦੇਖਦੀ ਹੁੰਦੀ ਸੀ ਤੇ ਮੈਂ ਸਿਰਫ ਦੇਖਦੇ ਹੀ ਹੁੰਦੇ ਸੀ ਬਸ? ਨਹੀਂ, ਅਮਲ ਵੀ ਕਰਦੀ ਸੀ ਥੋੜਾ ਬਹੁਤਾ। ਤੇ ਉਸ ਤੋਂ ਬਾਅਦ ਫਿਰ ਮੈਂ ਮੇਰੇ ਹਸਬੰਡ ਨੂੰ ਕਿਹਾ, ਮੈਂ ਕਿਹਾ ਮੈਨੂੰ ਉੱਥੇ ਇੱਕ ਵਾਰੀ ਜ਼ਰੂਰ ਲੈ ਕੇ ਚੱਲੋ, ਮੈਨੂੰ ਲੱਗਦਾ ਮੈਂ ਕਿਹਾ ਮੈਂ ਉੱਥੋਂ ਠੀਕ ਹੋ ਜਾਊਂ। ਕੀ ਪ੍ਰੋਬਲਮ ਸੀ ਤੁਹਾਨੂੰ? ਮੈਨੂੰ ਵੀ 3-4 ਪ੍ਰੋਬਲਮ ਸੀ ਜੀ। ਥਾਇਰਾਇਡ ਦੀ ਸੀ, ਲੀਵਰ ਸੀ, ਹਜਮ ਨਹੀਂ ਸੀ ਆਉਂਦਾ ਕੁਛ, ਗੋਡਿਆਂ ਤੋਂ ਤਾਂ ਚੱਲਿਆ ਹੀ ਨਹੀਂ ਸੀ ਜਾਂਦਾ ਬਿਲਕੁਲ ਵੀ। ਹਾਂਜੀ। ਤੇ ਹੁਣ ਦੇਖ ਕੇ ਤਾਂ ਤੁਹਾਨੂੰ ਕੋਈ ਕਹਿ ਹੀ ਨਹੀਂ ਸਕਦਾ, ਅਗਰ ਤੁਹਾਨੂੰ ਹੁਣ ਕਹੇਗਾ ਕਿ ਕੋਈ ਬਿਮਾਰ ਹੋ, ਅਗਲੇ ਕਹਿੰਦੇ ਝੂਠ ਬੋਲਦਾ। ਝੂਠ, ਸਹੀ ਗੱਲ ਹੈ। ਮੈਨੂੰ ਉੱਥੇ ਹੁਣ ਭੁੱਲਰ ਸਾਹਿਬ ਜੀ ਨੇ ਮੇਰਾ ਕਲੀਨਿਕ ਖੁਲਵਾਇਆ, ਇਸੇ ਕਰਕੇ ਇਹਨਾਂ ਨੇ ਨਾਲ ਫਿਰ ਮੈਨੂੰ ਰੱਖਿਆ, ਕੋਰਸ ਕੀਤਾ, ਮੈਂ ਠੀਕ ਹੋਈ ਅੱਛੀ ਤਰ੍ਹਾਂ। ਮਤਲਬ 1.5 ਮਹੀਨੇ 'ਚ ਮੈਂ
ਪੂਰੀ ਪ੍ਰੋਪਰ ਮੈਨੂੰ ਹਜਮ ਹੋਣ ਲੱਗ ਗਿਆ ਸਭ ਕੁਝ। ਥਾਇਰਾਇਡ ਮੇਰੀ ਨਿਲ ਹੋ ਗਈ ਬਿਲਕੁਲ ਜੀ। ਹਾਂਜੀ ਬਿਲਕੁਲ ਨਿਲ ਹੋ ਗਈ। ਬਿਲਕੁਲ ਨਿਲ ਹੋ ਗਈ। ਮੈਂ ਹੁਣ ਅੱਜ ਫਿਰ ਟੈਸਟ ਕਰਾਇਆ, ਮੈਂ ਕਿ ਇੱਕ ਵਾਰੀ ਚੈੱਕ ਕਰ ਲਵਾਂ ਫਿਰ। ਇਹ ਕਿਵੇਂ ਹੋਇਆ ਜੀ? ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ? ਇਹ ਮੈਨੂੰ ਹੈਗੀ ਸੀ ਜੀ 10 ਕੁ ਸਾਲ ਤੋਂ। 10 ਸਾਲ ਤੋਂ ਪ੍ਰੋਬਲਮ ਸੀ? ਹਾਂਜੀ 10 ਸਾਲ ਤੋਂ ਸੀਗੀ। ਦਵਾਈ ਤਾਂ ਤੁਸੀਂ ਕਿਤੋਂ ਨਾ ਕਿਤੋਂ ਲਈ ਹੋਣੀ। ਸਾਰੇ ਹਸਪੀਟਲ ਜੀ, ਲੁਧਿਆਣੇ ਦਾ ਕੋਈ ਵੀ ਨਹੀਂ ਛੱਡੇ। ਮਤਲਬ 10 ਸਾਲਾਂ 'ਚ ਤੁਸੀਂ ਦਵਾਈਆਂ ਖਾਧੀਆਂ, ਡਾਕਟਰ ਨੂੰ ਤੁਸੀਂ ਸਵਾਲ ਕੀਤਾ ਕਿ ਸਾਡਾ ਅਗਰ ਤੁਸੀਂ ਦਵਾਈ ਖਿਲਾ ਰਹੇ ਹੋ, ਇਲਾਜ ਕਿਸ ਚੀਜ਼ ਦਾ ਹੋ ਰਿਹਾ ਹੈ? ਪਤਾ ਨਹੀਂ ਜੀ, ਉਹ ਤਾਂ ਦਵਾਈਆਂ ਦਿੰਦੇ ਸੀ ਤਾਂ ਕੋਈ ਮਤਲਬ ਕੋਈ ਰਿਜ਼ਲਟ ਮਿਲ ਹੀ ਨਹੀਂ ਰਿਹਾ ਸੀ। ਹਾਂ, ਖਾ ਖਾ ਕੇ ਦਵਾਈਆਂ ਪੈਸੇ ਹੀ ਖਰਾਬ ਕੀਤੇ। ਪ੍ਰਾਈਵੇਟ ਡਾਕਟਰਾਂ ਕੋਲ ਵੀ ਦਿਖਾਇਆ, ਬੜਾ ਕੁਝ ਕਰਦੇ ਰਹੇ। ਹਾਂਜੀ, ਟੇਬਲੇਟ ਖਾਂਦੀ ਰਹੀ। ਫਿਰ ਮੈਂ ਡਾਕਟਰ ਸਾਹਿਬ ਨੂੰ ਦੱਸਿਆ ਵੀ ਮੈਂ 100 ਦੀ ਖਾ ਰਹੀ ਹਾਂ। ਫਿਰ ਮੇਰੀ 88 ਤੇ ਹੋਈ, 88 ਤੋਂ ਫਿਰ 50 ਤੇ ਹੋਈ, 50 ਤੋਂ ਹੁਣ ਮੇਰੀ 25 ਤੇ ਸੀਗੀ। ਮੈਂ ਉਹ ਵੀ ਛੱਡਤੀ, ਆਪੇ ਹੀ ਛੱਡਤੀ। ਹੁਣ ਮੈਂ ਠੀਕ ਆ, ਮੇਰੇ ਕੋਲ ਮੇਰੇ ਦਰਦ ਨਹੀਂ ਹੁੰਦਾ, ਕੋਈ ਤਕਲੀਫ ਨਹੀਂ ਹੁੰਦੀ, ਤੁਰਦੀ ਹਾਂ ਆਰਾਮ ਨਾਲ, ਫਿਰਦੀ ਹਾਂ। ਤੇ ਹੁਣ ਕਲੀਨਿਕ ਵੀ ਚਲਾਉਂਦੀ ਹਾਂ। ਅੱਛਾ, ਕਲੀਨਿਕ ਕਿੱਥੇ ਤੁਹਾਡਾ? ਇੱਥੇ ਹੈਗਾ ਜਲੰਧਰ ਬਾਈਪਾਸ, ਸਿਲਵਰ ਪੁਲ। ਅੱਛਾ, ਜਲੰਧਰ ਬਾਈਪਾਸ। ਹਾਂਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਸ ਵੇਲੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਰਾਂ ਨੇ ਲੁਧਿਆਣਾ ਦੇ ਵਿੱਚ ਇਹ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਬੂਟਾ ਲਗਾਇਆ ਹੈ। ਇਸ ਬੂਟੇ ਦੀ ਛਾਂ ਹੇਠ ਜਦੋਂ ਇਹ ਦਰਖਤ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਇਸ ਦਰਖਤ ਦੀ ਛਾਂ ਹੈ ਜਿਹੜੀ ਲੁਧਿਆਣਾ ਵਾਸੀ, ਖਾਸ ਕਰਕੇ ਪੂਰੇ ਪੰਜਾਬ ਦੇ ਲੋਕ ਨੇ ਜਿਹੜੇ, ਉਹ ਜ਼ਰੂਰ ਮੰਨਣਗੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਲੁਧਿਆਣਾ।